ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹੱਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਆ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਭਾਈ ਸਾਹਿਬ ਦਾ ਇੱਕ ਦਾ ਫੋਨ ਆਇਆ ਸੀਗਾ, ਹੁਣ ਮੈਂ ਕਾਲ ਲੈ ਲਈਏ ਜੀ 92164 ਤੇ ਆਉਣੇ ਰੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਧਾਈਆਂ ਮੈਨੂੰ ਰੇਡੀਓ ਪੰਜਾਬ ਦੀਆਂ ਜੀ, ਟੂਡੇ ਦੀਆਂ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਤਾਂ ਮੋਢੀ ਹੋ, ਪੈਰ ਲਾਉਣ ਵਾਲੇ ਹੋ, ਮੁੱਢ ਲਾਇਆ ਇਹਦਾ। ਨਹੀਂ, ਸਾਰਿਆਂ ਨੂੰ ਤਾਂ ਵਧਾਈਆਂ ਜੀ, ਸਾਰੇ ਸੁਣਨ ਵਾਲੇ, ਸਾਰੀ ਦੁਨੀਆ ਦੇ ਵਿੱਚ ਸਾਰੇ ਭਰਾਵਾਂ ਭੈਣਾਂ ਬੱਚਿਆਂ ਸ਼ੁਕਰੀਆ ਮਾਣੋ ਤੇ ਮਿਲਦੇ ਆ ਫਿਰ ਥੋੜੇ ਦਿਨਾਂ ਚ। ਓਕੇ, ਸਤਿ ਸ਼੍ਰੀ ਅਕਾਲ ਜੀ। ਸੋ ਮੇਰੇ ਨਾਲ ਇਸ ਵਕਤ ਡਾਕਟਰ ਭੈਣ ਜੀ ਹਰਸ਼ਿੰਦਰ ਕੌਰ ਹੋਰੀ ਜੁੜ ਗਏ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਤੇ ਸਭ ਤੋਂ ਪਹਿਲਾਂ ਤਾਂ ਅਰਦਾਸਾਂ ਕੰਮ ਲਿਆਈਆਂ ਜੀ, ਹੈ ਤੰਦਰੁਸਤੀ ਕਹਿੰਦੇ ਹੋ ਕੇ ਫਿਰ ਆਵਾਜ਼ ਗੱਜਣ ਲੱਗ ਪਈ ਹੈ। ਬਿਲਕੁਲ ਜੀ, ਪਹਿਲਾਂ ਭਰਾ ਢਿੱਲਾ ਸੀ ਤੇ ਫਿਰ ਅਸੀਂ ਅਰਦਾਸਾਂ ਕਰਦੇ ਸੀ, ਫਿਰ ਜਦੋਂ ਫਿਰ ਮੈਂ ਢਿੱਲੀ ਹੋਈ ਫਿਰ ਭਰਾ ਦੀਆਂ ਅਰਦਾਸਾਂ ਕੰਮ ਆ ਗਈਆਂ ਤੇ ਚਲੋ। ਹਾਂਜੀ, ਤੇ ਭੈਣ ਜੀ ਆਪਣੀਆਂ ਅਰਦਾਸਾਂ ਤਾਂ ਚਲੋ ਗੁਰੂ ਮਹਾਰਾਜ ਦੀ ਇੱਕ ਦੂਜੇ ਕਰੀ ਜਾਂਦੇ, ਪੰਜਾਬ ਲਈ ਅਰਦਾਸਾਂ ਕਰਨ ਵਾਲਿਆਂ ਦੀ ਰੱਬ ਕਦੋਂ ਸੁਣੂਗਾ? ਭਾਜੀ ਅਸੀਂ ਅਸਲ ਚ ਨਾ ਅੱਜ ਖੁੱਲੀਆਂ ਗੱਲਾਂ ਕਰਨੀਆਂ, ਅੱਜ ਆਪਾਂ ਹੋਰ ਗੱਲ ਨਹੀਂ ਕਰਨੀ ਕੋਈ। ਜੀ ਵੇਖੋ, ਪਹਿਲੀ ਚੀਜ਼ ਮੇਰਾ ਖਿਆਲ ਆਪਾਂ ਸਪਸ਼ਟ ਕਰ ਦਈਏ ਕਿ ਨਾ ਤੁਸੀਂ ਤੇ ਨਾ ਮੈਂ, ਨਾ ਅਸੀਂ ਕਿਸੇ ਪਾਰਟੀ ਦੇ ਹੱਕ ਵਿੱਚ ਨਾ ਵਿਰੋਧ ਵਿੱਚ। ਜੋ ਸਾਹਮਣੇ ਪੱਖ ਦਿਸ ਰਹੇ ਨੇ ਉਹਦੇ ਤੋਂ ਕੀ ਕੁਝ ਨਤੀਜੇ ਨਿਕਲਦੇ ਨੇ, ਉਹਦੇ ਵਿੱਚ ਕੋਈ ਲੁਕਾ ਰਿਹਾ ਹੀ ਨਹੀਂ। ਤੇ ਮੇਰਾ ਖਿਆਲ ਹੈ ਕਿ ਇੰਨੇ ਮੂਰਖ ਤਾਂ ਪੰਜਾਬੀ ਨਹੀਂ ਕਿ ਸਾਡੇ ਕੋਲ ਹੁਣ ਇੱਕ ਵਾਰ ਸਹੀ, 2 ਵਾਰ ਤੇ ਹੁਣ ਤੀਜੀ ਵਾਰ ਪ੍ਰਸ਼ਾਂਤ ਕਿਸ਼ੋਰ ਵਰਗੇ ਇਸ ਕਰਕੇ ਬੰਦੇ ਸਿਰਫ ਲਿਆਏ ਜਾਣ ਕਿ ਮੂਰਖ ਕਿਵੇਂ ਬਣਾ ਲੈਣਾ ਪੰਜਾਬੀਆਂ ਨੂੰ। ਫਿਰ ਭਿਆਨਕ ਹੀ ਮਰ ਗਈ ਲੱਗਦੀ ਹੈ। ਵੇਖੋ ਨਾ, ਤੁਸੀਂ ਵੀ ਖਬਰਾਂ ਸੁਣਦੇ ਹੋ, ਮੈਂ ਵੀ। ਸਾਡੇ ਰੋਜ਼ ਦਾ ਜੋ ਤਮਾਸ਼ਾ ਇੱਥੇ ਚੱਲ ਰਿਹਾ ਇਸ ਵੇਲੇ, ਲੱਗਦਾ ਤਾਂ ਇੰਝ ਹੀ ਹੈ ਵੀ ਜਿਵੇਂ ਪੋਲੀਟੀਕਲ ਮਾਫੀਆ ਇਸ ਵੇਲੇ ਸਾਨੂੰ ਸਭ ਤੋਂ ਵੱਧ ਤੰਗ ਕਰ ਰਿਹਾ। ਰੇਤ ਮਾਫੀਆ ਤਾਂ ਵੱਖਰੀ ਗੱਲ, ਹੋਰ ਵੀ ਸਾਰੇ ਤਰ੍ਹਾਂ ਦੇ ਜੋ ਮਾਫੀਏ ਨੇ, ਉਹਨਾਂ ਵਿੱਚ ਇੱਕ ਪੋਲੀਟੀਕਲ ਮਾਫੀਆ ਜਿਹੜਾ ਸਾਨੂੰ ਇਸ ਵੇਲੇ ਜਿਸ ਤਰੀਕੇ ਕਾਬਜ਼ ਹੋ ਗਿਆ ਸਾਡੇ ਉੱਤੇ, ਉਹ ਮੇਰਾ ਖਿਆਲ ਹੈ ਕਿ ਸਾਨੂੰ ਜਾਂ ਤਾਂ ਸਮਝ ਹੀ ਨਹੀਂ ਆਉਂਦੀ ਜਾਂ ਅਸੀਂ ਸਮਝਣਾ ਚਾਹੁੰਦੇ ਨਹੀਂ, ਤੇ ਸਾਡੀ ਸੋਚ ਸਿਰਫ ਇੰਨੀ ਰਹਿ ਗਈ ਕਿ ਕਿਵੇਂ ਪੰਜਾਬ ਛੱਡ ਕੇ ਉਡਾਰੀ ਮਾਰ ਜਾਣੀ ਹੈ। ਅਸੀਂ ਸ਼ਾਇਦ ਇਸ ਤੋਂ ਵੱਧ ਧਿਆਨ ਨਹੀਂ ਦੇ ਰਹੇ। ਨਹੀਂ ਤਾਂ ਦੇਖੋ, ਇਹੀ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਵਿੱਚ ਕਿਸ ਤਰੀਕੇ ਜੋ ਸ਼ਬਦਾਵਲੀ ਭੱਦੀ ਵਰਤੀ ਜਾਂਦੀ ਹੈ, ਕੋਈ ਲੁਕਾ ਨਹੀਂ। ਤੇ ਫਿਰ ਕਿਵੇਂ ਜੱਫੀਆਂ ਪਾ ਕੇ ਉਹ ਹੱਸਦੇ ਨੇ। ਉਹ ਵੀ ਬਥੇਰੀਆਂ ਵੀਡੀਓਜ਼ ਤੇ ਬਥੇਰੀਆਂ ਆਡੀਓਜ਼ ਲੀਕ ਹੋ ਗਈਆਂ ਕਿ ਕਿਵੇਂ ਮੂਰਖ ਬਣਾਉਂਦੇ ਨੇ, ਕਿਵੇਂ ਅੰਦਰ ਖਾਤੇ ਉਹ ਰਿਸ਼ਤੇਦਾਰੀਆਂ ਨੇ, ਕਿਵੇਂ ਇੱਕ ਦੂਜੇ ਦੇ ਨਾਲ ਬਿਲਕੁਲ ਇਕਜੁੱਟ ਹੋ ਕੇ। ਤੇ ਅਸਲ ਵਿੱਚ ਧਿਆਨ ਕਰੀਏ ਤਾਂ ਮਰਨ ਵਾਲੇ ਤੁਸੀਂ ਤੇ ਮੈਂ, ਅਸੀਂ ਆਮ ਹੀ ਬੰਦੇ ਹੁੰਨੇ ਆ ਕਿ ਫਲਾਣੀ ਪਾਰਟੀ ਦੇ ਵਰਕਰ ਅੱਜ ਉੱਥੇ ਫੜੇ ਗਏ ਤੇ ਉਹਨਾਂ ਦੇ ਲੀਡਰ ਆਰਾਮ ਨਾਲ ਤੁਰ ਕੇ ਘਰੋਂ ਘਰੀ ਬੈਠੇ ਉਹ ਮਜ਼ੇ ਕਰ ਰਹੇ ਹੁੰਦੇ ਨੇ, ਤੇ ਇਹ ਵਰਕਰ ਸੋ ਕਾਲਡ ਸਾਨੂੰ ਪਾੜ ਪਾ ਕੇ, ਵੰਡ ਪਾ ਕੇ ਜਿਸ ਤਰੀਕੇ ਸਾਨੂੰ ਮੂਰਖ ਬਣਾਇਆ ਜਾ ਰਿਹਾ, ਅਸੀਂ ਸਮਝ ਨਹੀਂ ਰਹੇ। ਬਿਲਕੁਲ ਜੀ, ਬਿਲਕੁਲ। ਉਹ ਇਕੱਠੇ ਹੋ ਜਾਂਦੇ ਆ ਜੀ, ਗੱਲਾਂ ਉਹਨਾਂ ਕੋਲੇ ਬਹੁਤ ਕੁਛ ਹੈ ਜੀ। ਬਿਲਕੁਲ ਉਹੀ ਇੱਕ ਸਾਲ ਉਹਨਾਂ ਦੇ ਵਿਰੁੱਧ ਬੋਲਦੇ ਨੇ, ਅਗਲੇ ਸਾਲ ਉਸੇ ਦੇ ਨਾਲ ਪਾਰਟੀ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਹਥਿਆਣਾ ਚਾਹੁੰਦੇ ਨੇ। ਸੋ ਇਹ ਪੋਲੀਟੀਕਲ ਮਾਫੀਆ ਸਾਡੇ ਜਿਸ ਤਰੀਕੇ ਇਸ ਵੇਲੇ ਕਾਬਜ਼ ਹੈ, ਜਿਹਦੇ ਵਿੱਚ 800 ਗੁਣਾ ਇਹਨਾਂ ਦੀ ਆਮਦਨ ਵੱਧਦੀ ਹੈ, ਤਾਂ ਉਹ ਰਾਜਾ ਵੜਿੰਗ ਜੀ ਨੇ ਮੇਰਾ ਖਿਆਲ ਬਹੁਤ ਖੂਬਸੂਰਤ ਤਰੀਕੇ ਸਮਝਾਇਆ ਕਿ ਸਿਰਫ ਇੱਕ ਸਿਰਫ ਟਰਾਂਸਪੋਰਟ ਮਾਫੀਆ ਚੋਂ ਕਿਸ ਤਰੀਕੇ 6000 ਕਰੋੜ ਦੀਆਂ ਉਂਗਲਾਂ ਤੇ ਭੰਨਤਾ ਜੀ ਸਾਰਾ ਕੁਛ ਹੀ ਥੋੜੇ ਦਿਨਾਂ 'ਚ।
ਫਿਰ ਉਹ ਦੋਨੋਂ ਪਾਰਟੀ, ਇਹ ਤਾਂ ਨਹੀਂ ਕਿ ਕਿਸੇ ਇੱਕ ਪਾਰਟੀ ਨੇ, ਦੋਨੋਂ ਪਾਰਟੀਆਂ ਵੱਲੋਂ ਬਰਾਬਰ ਦਾ ਜਿਸ ਤਰੀਕੇ ਖਾਧਾ ਪੀਤਾ ਗਿਆ। ਇੱਕ ਸਵਾਲ ਤਾਂ ਉੱਠਦਾ ਹੀ ਹੈ ਕਿ ਜਿਹੜੇ ਪਹਿਲਾਂ ਖਾ ਰਹੇ ਸਨ ਮੰਤਰੀ ਜੀ, ਤੇ ਜਿਹੜੇ ਉਹਨਾਂ ਦੇ ਨਾਲ ਅਫਸਰ ਸਾਹਿਬਾਨ ਬਿਲਕੁਲ ਓਨੇ ਹੀ ਗੜੁੱਚ ਸਨ, ਜਿਨ੍ਹਾਂ ਨੇ ਆਪਣੀਆਂ 4-4 ਕੋਠੀਆਂ ਪਾ ਲਈਆਂ, ਜਿਨ੍ਹਾਂ ਚੋਂ ਰਿਟਾਇਰ ਹੋ ਕੇ ਦੁਬਾਰਾ ਉਹ ਬੈਠ ਗਏ ਨੇ ਮਲਾਈ ਵਾਲੀਆਂ, ਫਿਰ ਪੋਸਟਾਂ ਦੇ ਵਿੱਚ ਕਿਤੇ ਡਾਇਰੈਕਟਰ ਲੱਗ ਕੇ, ਕਿਤੇ ਕੁਛ ਲੱਗ ਕੇ। ਉਹ ਅਫਸਰਾਂ ਨੇ ਕਿਸ ਹਿਸਾਬ ਦਾ ਨਿਚੋੜਿਆ ਪੰਜਾਬ, ਜਿਨ੍ਹਾਂ ਚੋਂ ਵੱਡੀ ਗਿਣਤੀ ਸਾਨੂੰ ਪਤਾ ਹੈ ਕਿ ਉਹ ਯੂਪੀ ਬਿਹਾਰ ਤੋਂ ਆ ਕੇ ਬੈਠੇ ਨੇ। ਕੀ ਸਾਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਨੂੰ ਕੌਣ ਖਾ ਰਿਹਾ, ਜੇ ਸਿਉਂਕ ਕਿਸ ਥਾਂ ਤੇ ਲੱਗੀ ਹੈ। ਜਿਸ ਤਰੀਕੇ ਦਾ ਫਿਰ ਪੁਲਿਸ ਮਾਫੀਆ, ਜਿਹਦਾ ਨਾਂ ਹੀ ਨਹੀਂ ਹੁੰਦਾ, ਜ਼ਿਕਰ ਹੀ ਨਹੀਂ ਹੁੰਦਾ, ਜਿਹਨਾਂ ਦੇ ਰਿਟਾਇਰਡ ਆਫਿਸਰਸ ਕਿਸ ਤਰੀਕੇ ਰਿਵੀਲ ਕਰਦੇ ਨੇ, ਜੋ ਕਿ ਇਸੇ ਤਰ੍ਹਾਂ ਖਬਰਾਂ ਵਿੱਚ ਨਿਕਲਦਾ ਹੈ ਜਾਂ ਉਹਨਾਂ ਦੀ ਇੰਟਰਵਿਊਜ਼ ਰਾਹੀਂ ਸਾਹਮਣੇ ਆਉਂਦਾ ਜੇ, ਉਹ ਵੀ ਹੈਰਾਨੀਜਨਕ ਹੈ ਕਿ ਕਿਵੇਂ ਡਰਾ ਧਮਕਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਜੀ ਇਸ ਪਾਸਿਓਂ ਖਤਰਾ ਹੈ, ਹੁਣ ਇੱਥੋਂ ਖਤਰਾ ਹੈ, ਇਸ ਕਰਕੇ ਇਹ ਰਾਜ ਜੋ ਇੱਕ ਤਰੀਕੇ ਦਾ ਪੁਲਿਸ ਰਾਜ ਬਣਾ ਦਿੱਤਾ, ਡਰਾ ਧਮਕਾ ਕੇ ਇਹਨਾਂ ਮੰਤਰੀਆਂ ਨੂੰ ਤੇ ਅਫਸਰਾਂ ਨੂੰ, ਕਿਵੇਂ ਸਿਕਿਉਰਿਟੀ ਵਧਾਉਣ ਲਈ ਤੇ ਕਿਸ ਤਰੀਕੇ ਉਹ ਸਰਕਲ ਚੱਲਦਾ ਹੈ। ਇਹ ਜੋ ਰਿਟਾਇਰਡ ਪੁਲਿਸ ਆਫਿਸਰ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ, ਜਦੋਂ ਦੱਸਦੇ ਨੇ ਸੱਚੀ ਮੁੱਚੀ ਦਿਲ ਕੰਬਦਾ ਹੈ ਕਿ ਡਰੱਗਸ ਫੜੀਆਂ ਜਾਂਦੀਆਂ ਨੇ ਜੀ, ਉਹਦੇ ਵਿੱਚੋਂ ਕਿਸ ਤਰੀਕੇ ਲਗਭਗ 90% ਵਾਪਸ ਫਿਰ ਮਾਰਕੀਟ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ। ਕਿਵੇਂ ਕਿਸੇ ਥਾਂ ਤੋਂ ਫੜਦੇ ਨੇ 12 ਕਰੋੜ, ਸ਼ੋਅ ਕਰਦੇ ਨੇ 6 ਕਰੋੜ, ਉਹਦੇ ਵਿੱਚੋਂ ਕਿਵੇਂ ASI ਭੱਜ ਜਾਂਦੇ ਨੇ, ਗਾਇਬ ਹੋ ਜਾਂਦੇ ਨੇ ਉਹ ਕੈਸ਼ ਲੈ ਕੇ, ਤੇ ਫਿਰ ਫੜੇ ਹੀ ਨਹੀਂ ਜਾਂਦੇ। ਯਾਨੀ ਇਸ ਤਰੀਕੇ ਦੇ ਕਿਵੇਂ ਲਗਾਤਾਰ ਜੋ ਸਾਡੀਆਂ ਖਬਰਾਂ ਰਾਹੀਂ ਸਾਹਮਣੇ ਆ ਰਹੀ ਜੇ ਗੱਲ, ਇਹ ਸਾਰਾ ਕੁਝ ਲੁੱਟਿਆ ਸੁੱਟਿਆ ਤਾਂ ਤੁਹਾਡੇ ਤੇ ਮੇਰੇ ਦਿੱਤੇ ਟੈਕਸ ਵਿੱਚੋਂ ਹੀ ਹੈ ਨਾ। ਬਿਲਕੁਲ ਜੀ, ਬਿਲਕੁਲ। ਹੁਣ ਇਹ ਕਹਿ ਦੇਣਾ ਕਿ ਖਜ਼ਾਨਾ ਖਾਲੀ ਹੈ ਤੇ ਸਾਡੇ ਸਿਰ 3 ਲੱਖ ਕਰੋੜ ਕਰਜ਼ਾ ਜੀ, ਤੁਸੀਂ ਤੇ ਮੈਂ ਤਾਂ ਅਸੀਂ ਸਵੇਰੇ ਸੁੱਤੇ ਉੱਠੇ ਤੋਂ ਲੈ ਕੇ ਰਾਤ ਸੌਣ ਤੱਕ ਹਰ ਚੀਜ਼ ਤੇ ਟੈਕਸ ਦੇ ਰਹੇ ਹਾਂ। ਬਿਲਕੁਲ ਜੀ। ਤਾਂ ਫਿਰ ਸਾਡੀ ਤਾਂ ਜੇਬ ਚ ਗਿਆ ਨਹੀਂ, ਤਾਂ ਫਿਰ ਇਹ ਕੌਣ ਖਾ ਰਿਹਾ? ਜੇ ਗਿਣੇ ਚੁਣੇ 117 ਜਣੇ ਤੇ ਉਹਨਾਂ ਦੇ ਨਾਲ ਲੱਗੇ ਹਰ ਇੱਕ ਦੇ ਨਾਲ 2-2 ਅਫਸਰ, ਯਾਨੀ ਇੱਥੇ ਹੀ ਖਤਮ ਹੋ ਜਾਂਦਾ ਸਾਰੇ ਦਾ ਸਾਰਾ। ਤੇ ਸਾਡੇ ਪੰਜਾਬੀ ਬੱਚੇ ਜਾਂ ਤਾਂ ਬੇਰੁਜ਼ਗਾਰੀ ਕਰਕੇ ਬਾਹਰ ਜਾਣ ਨੂੰ ਮਜਬੂਰ ਨੇ, ਜਾਂ ਇਹਨਾਂ ਸਿਆਸਤਦਾਨਾਂ ਦੇ ਬਣ ਜਾਂਦੇ ਨੇ ਅਰਦਲੀ, ਤੇ ਜਾਂ ਡਰਾਈਵਰ ਤੇ ਸਲਾਮਾਂ ਮਾਰਨ, ਜਾਂ ਫਿਰ ਡੰਡੇ ਖਾਣ ਲਈ ਬੈਠੇ। ਮੈਂ ਹੁਣੇ ਦੇਖ ਰਿਹਾ ਸੀ ਪ੍ਰਗਟ ਸਿੰਘ ਦੇ ਜਿਹੜੇ ਜਲੰਧਰ ਵਿੱਚ ਨਿੱਜੀ ਰਿਹਾਇਸ਼ ਹੈ ਜੀ, ਉਹਦੇ ਅੰਦਰ ਕੁਛ ਬੇਰੁਜ਼ਗਾਰ ਜਿਹੜੇ ਨੇ ਉਹ ਦਾਖਲ ਹੋ ਕੇ ਉੱਥੇ ਕਰ ਰਹੇ ਨੇ। ਪ੍ਰਗਟ ਸਿੰਘ ਕਹਿੰਦਾ ਭਾਈ ਮੈਂ ਤਾਂ ਚੰਡੀਗੜ੍ਹ ਆ, ਤੁਸੀਂ ਇੱਧਰ ਨੂੰ ਆ ਜਾਓ, ਮੇਰੇ ਬਜ਼ੁਰਗ ਮਾਂ ਬਾਪ ਨੇ ਉੱਥੇ, ਉਹਨਾਂ ਨੂੰ ਕਿਉਂ ਘੇਰੀ ਬੈਠੇ ਹੋ, ਕਹਿੰਦੇ। ਬਿਲਕੁਲ ਜੀ। ਦੇਖੋ ਹੁਣ ਉਹ ਵੀ ਸੜਕਾਂ ਤੇ ਜਿਹੜੇ ਡੰਡੇ ਖਾਣ ਵਾਲੇ, ਚੁੰਨੀਆਂ ਪੜਵਾਉਣ ਵਾਲੇ, ਢਿੱਡ 'ਚ ਠੁੱਡੇ ਖਾਣ ਵਾਲੇ ਕਿਹੜੀ ਸਰਕਾਰ 'ਚ ਨਹੀਂ ਸਨ। ਦੋਨੋਂ ਪਾਸੇ ਦੀਆਂ ਸਰਕਾਰਾਂ ਆਈਆਂ, ਇਹੋ ਕੁਛ ਮਿਲਦਾ ਰਿਹਾ। ਸਾਡੇ ਟੀਚਰ ਉਹ ਉਸੇ ਤਰ੍ਹਾਂ ਦੁਖੀ, ਸਾਡੇ ANMs ਤਾਂ ਦੁਖੀ, ਸਾਡੀਆਂ ਸਟਾਫ ਨਰਸਿਸ ਤਾਂ ਦੁਖੀ, ਸਾਡੇ ਕਾਮੇ ਤਾਂ ਦੁਖੀ। ਯਾਨੀ ਕੋਈ ਹੈ ਵੀ ਹੈ ਵਰਗ ਜਿਹੜਾ ਇੱਥੇ 2 ਵੇਲੇ ਦੀ ਰੋਟੀ ਦੇ ਜੁਗਾੜ ਵਿੱਚ ਨਾ ਰੋਲ ਦਿੱਤਾ ਹੋਏ, ਜਿਹਨੇ ਆਪਣੇ ਹੱਕਾਂ ਬਾਰੇ ਗੱਲ ਹੀ ਨਹੀਂ ਕਰਨੀ, ਉਹਨੇ ਪੁੱਛਣਾ ਹੀ ਨਹੀਂ ਕਿ ਭਾਈ ਸਾਹਿਬ ਸਾਡੇ ਲਈ ਇਲਾਜ ਮੁਫਤ ਹੋਣਾ ਚਾਹੀਦਾ ਸੀ, ਸਾਡੀ ਪੜ੍ਹਾਈ ਮੁਫਤ ਹੋਣੀ ਚਾਹੀਦੀ ਸੀ। ਉਹ ਤਾਂ ਮੁੱਦੇ ਕਿਤੇ ਗਾਇਬ ਹੋ ਚੁੱਕੇ, ਬਿਲਕੁਲ ਗਾਇਬ ਹੀ, ਗੱਲ ਹੀ ਨਹੀਂ ਕਰਦਾ ਜੀ ਹੁਣ ਤਾਂ ਉਹ। ਮੈਂ ਹੈਰਾਨ ਹੈ ਕਿ ਅਸਲ ਮੁੱਦੇ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੇ ਰਿਪੇਅਰਿੰਗ ਮੋਡ ਤਾਂ ਖਤਮ ਹੀ ਹੋ ਗਿਆ, ਵੀ ਰਿਪੇਅਰ ਕਿਵੇਂ ਕਰੋਗੇ ਪੰਜਾਬ ਨੂੰ ਤੁਸੀਂ। ਬਿਲਕੁਲ ਇਹ ਤਾਂ ਐਂ ਕਹਿੰਦੇ ਆ। ਮੈਂ ਮੇਰੇ ਨਾ ਇੱਕ ਬੜੀ ਥੋੜਾ ਜਿਹਾ ਤੁਹਾਨੂੰ ਮੈਂ ਡੀਰੇਲ ਕਰਦੇ ਆ ਥੋੜਾ ਜਿਹਾ, ਮੈਂ ਗੱਲ ਆ, ਮੈਂ ਅੱਗੇ ਵੀ 1-2 ਵਾਰੀ ਗੱਲ ਕੀਤੀ ਹੈ, ਪਤਾ ਨਹੀਂ ਰੇਡੀਓ ਤੇ ਕੀਤੀ ਕਿ ਨਹੀਂ ਕੀਤੀ। ਸਾਡੇ ਜਦੋਂ ਤਾਇਆ ਜੀ ਸਰਪੰਚ ਬਣੇ ਨਾ ਜੀ, ਤੇ ਉਹ ਸਾਡਾ ਘਰ ਦੇ ਵਿੱਚ ਜਦੋਂ ਬਾਪੂ ਜੀ ਦਾਦਾ ਹੀ ਜਿਉਂਦੇ ਸੀ, ਤੇ ਉਹਨਾਂ ਦੀ ਆਦਤ ਸੀ, ਤੇ ਮੈਂ ਛੁੱਟੀਆਂ ਜਦੋਂ ਹੋਸਟਲ 'ਚ ਆਉਂਦਾ ਮੈਨੂੰ ਉਹ ਨਾਲ ਰੱਖਦੇ। ਉਹ 2 ਜਣੇ ਲੜੇ ਜੀ, ਉਹ ਧੀਆਂ ਭੈਣਾਂ ਦੀਆਂ ਗਾਲਾਂ ਕੱਢਦੇ ਸਾਡੇ ਘਰੇ ਆ ਗਏ। ਮੇਰੇ ਦਾਦਾ ਜੀ ਨੇ ਪਹਿਲਾ ਸ਼ਬਦ ਇਹ ਕਿਹਾ ਵੀ ਗੱਲ ਐਂ ਦੱਸੋ, ਤੁਸੀਂ ਆਹ ਗਾਲਾਂ ਆਪਸ ਵਿੱਚ ਕੱਢਦੇ ਹੋ ਕਿ ਮੈਨੂੰ ਕੱਢਦੇ ਹੋ? ਕਹਿੰਦੇ ਜੀ ਅਸੀਂ ਆਪਸ ਵਿੱਚ ਕੱਢਦੇ ਹਾਂ। ਮੈਂ ਕਹਿੰਦੇ ਆਪਸ ਵਿੱਚ ਨਹੀਂ ਕੱਢਦੇ, ਤੁਸੀਂ ਮੇਰੇ ਘਰੇ ਮੈਨੂੰ ਗਾਲਾਂ ਕੱਢ ਰਹੇ ਹੋ। ਸੋ ਜਦੋਂ ਇਹ ਲੀਡਰ ਕਿਸੇ ਲੀਡਰ ਨੂੰ ਨਿੰਦਦੇ ਨੇ ਨਾ, ਅਸਲ ਦੇ ਵਿੱਚ ਉਹ ਤੁਹਾਨੂੰ ਗਾਲਾਂ ਕੱਢ ਰਹੇ ਹੁੰਦੇ ਨੇ ਕਿ ਤੁਸੀਂ ਭਾਈ ਨਿਕੰਮੇ ਹੋ, ਜਿਹੜਾ ਉਹਨੇ ਉਹ ਚੁਣਿਆ ਤੁਹਾਨੂੰ। ਮਤਲਬ ਕਹਿਣ ਤੋਂ ਭਾਵ ਵੀ ਤੁਹਾਨੂੰ ਗੱਲਾਂ ਸੁਣਾ ਕੇ ਤੇ ਤੁਹਾਡਾ ਬ੍ਰੇਨ ਵਾਸ਼ ਜਿਹੜਾ ਹੈ ਉਹ ਕਰ ਰਹੇ ਨੇ ਵੀ ਮੈਂ ਤਾਂ ਬਹੁਤ ਤਕੜਾ, ਨਿੰਦਣ ਨੂੰ ਮੈਂ ਬੜਾ ਤਕੜਾ। ਤੇ ਫੇਸਬੁੱਕ ਦੇ ਵੀ ਉੱਤੇ ਵੀ ਜਿਹੜਾ ਬੰਦਾ ਕੋਈ ਜ਼ਿਆਦਾ ਕਿਸੇ ਨੂੰ ਗਾਲਾਂ ਕੱਢਦਾ ਉਹਨੂੰ ਸਭ ਤੋਂ ਵੱਧ ਘੈਂਟ ਕਹਿੰਦੇ। ਬਿਲਕੁਲ। ਦੇਖੋ ਨਾ ਹੁਣ
ਦੋ ਖਬਰਾਂ ਜੋ ਵਿਧਾਨ ਸਭਾ ਦੇ ਵਿੱਚ ਕਈਆਂ ਗਈਆਂ ਮਾਇਨੇ ਰੱਖਦੀਆਂ ਜੇ। ਬਿਕਰਮਜੀਤ ਮਜੀਠੀਆ ਜੀ ਨੇ ਜਾਂ ਤਾਂ ਉਹਨੂੰ ਓਪਨਲੀ ਉਹਦੇ ਅਗੇਂਸਟ ਬੋਲਿਆ ਗਿਆ ਹੁੰਦਾ ਤਾਂ ਕੁਝ ਗੱਲ ਵੱਖ ਸੀ, ਵਰਨਾ ਬਿਕਰਮਜੀਤ ਮਜੀਠੀਆ ਜੀ ਨੇ ਦੋ ਤਗੜੇ ਇਲਜ਼ਾਮ ਲਾਏ ਸੀ ਸਾਡੇ ਮੌਜੂਦਾ ਸੀਐਮ ਸਾਹਿਬ ਦੇ ਵਿਰੁੱਧ ਕਿ ਪਹਿਲਾਂ ਤੇ ਤੁਹਾਡਾ ਭਰਾ ਲੈਂਡ ਸਕੈਮ ਦੇ ਵਿੱਚ ਸੀ ਤੇ ਤੁਸੀਂ ਮੇਰੇ ਨਾਲ ਜਾ ਕੇ ਉਦੋਂ ਡਿਪਟੀ ਸੀਐਮ ਦੇ ਕੋਲ ਜਾ ਕੇ ਆਪਣੇ ਭਰਾ ਨੂੰ ਬਚਾਉਣਾ ਚਾਹੁੰਦੇ ਸਨ। ਇਹਦਾ ਵਿਰੋਧ ਨਹੀਂ ਹੋਇਆ, ਜਾਂ ਤਾਂ ਖੁੱਲ ਕੇ ਵਿਰੋਧ ਹੋ ਗਿਆ ਕਿ ਹਾਂਜੀ ਉਹ ਇਹਦੇ ਵਿੱਚ ਸ਼ਾਮਲ ਨਹੀਂ ਸਨ। ਦੂਜਾ ਇਲਜ਼ਾਮ ਉਹਨਾਂ ਨੇ ਜੋ ਲਾਇਆ ਕਿ ਭਾਈ ਸਾਹਿਬ ਤੁਸੀਂ ਆਪਣੇ ਕਿਰਦਾਰ ਵੱਲ ਝਾਤ ਮਾਰੋ, ਮੀ ਟੂ ਤਹਿਤ ਜੋ ਤੁਹਾਡੇ ਖਿਲਾਫ ਕੰਪਲੇਂਟ ਸੀ ਤੇ ਜੋ ਔਰਤਾਂ ਪ੍ਰਤੀ ਤੁਹਾਡੀ ਸੋਚ, ਤੁਹਾਡਾ ਰਵੱਈਆ, ਤੁਹਾਡਾ ਕਿਰਦਾਰ, ਉਸ ਦੇ ਵਿਰੁੱਧ ਵੀ ਕਿਸੇ ਨੇ ਨਾ ਨੁੱਕਰ ਨਹੀਂ ਕੀਤੀ। ਯਾਨੀ ਇਹ ਦੋ ਇਲਜ਼ਾਮ ਜੇ ਮੰਨੇ ਗਏ ਹੋਣ ਜੋ ਓਪਨਲੀ ਵਿਧਾਨ ਸਭਾ 'ਚ ਕਹੇ ਗਏ, ਤਾਂ ਭਾਜੀ ਦੱਸੋ ਅਸੀਂ ਕਿਹਨਾਂ ਦੇ ਅਧੀਨ ਕੰਮ ਕਰ ਰਹੇ ਹਾਂ, ਜਿਨ੍ਹਾਂ ਦੀ ਸੋਚ ਔਰਤਾਂ ਪ੍ਰਤੀ ਜੋ ਹੈ ਉਹ ਵੀ ਸਾਡੇ ਪ੍ਰਤੱਖ ਹੈ, ਤੇ ਜੋ ਲੈਂਡ ਸਕੈਮ ਵਰਗੀ ਚੀਜ਼ ਦੇ ਵਿੱਚ ਆਏ ਹੋਣ ਤਾਂ ਆਪਾਂ ਕਿਸ ਦੇ ਹੱਥ ਪੰਜਾਬ ਫੜਾ ਰਹੇ ਹਾਂ ਜੀ। ਦੂਜੇ ਪਾਸੇ ਸ਼ਾਇਦ ਲੋਕ ਭੁੱਲ ਗਏ ਹੋਣ ਪਰ ਜੇ ਕਿਸੇ ਨੂੰ ਫ੍ਰੈਂਚ ਕੁੜੀ ਕੇਤੀਆ ਯਾਦ ਹੋਵੇ, ਬਿਲਕੁਲ, ਜਿਸ ਨੂੰ ਚੌਂਕ ਦੇ ਵਿੱਚੋਂ ਚੁੱਕਿਆ ਗਿਆ, ਕਿਸ ਤਰੀਕੇ ਰੇਪ ਹੋਇਆ ਤੇ ਜਿਵੇਂ ਉਹ ਸਾਰੀ ਗੱਲ ਦੱਬੀ ਗਈ, ਜਿਵੇਂ ਉਹ ਗੁਰਕੀਰਤ ਕੋਟਲੀ ਨੇ ਉਸ ਸਾਰੇ ਕਿੱਸੇ ਨੂੰ ਦਬਾਇਆ ਤੇ ਕਿਵੇਂ ਉਸਨੇ ਅਖੀਰ ਫਿਰ ਕਿਹਾ ਕਿ ਮੈਂ ਤਾਂ ਜ਼ਿੰਦਗੀ ਮੇਰੀ ਨਕਾਰਾ ਹੋ ਗਈ ਹੈ, ਪਰ ਦੁਰ ਫਿਟੇ ਮੂੰਹ ਇਹੋ ਜਿਹੇ ਭਾਰਤੀਆਂ ਤੇ ਜਿਹੜੇ ਇੱਕ ਔਰਤ ਲਈ ਆਵਾਜ਼ ਵੀ ਨਹੀਂ ਚੁੱਕ ਸਕਦੇ। ਇਹ ਅਸੀਂ ਬਿਠਾਏ ਨੇ ਜਿਨ੍ਹਾਂ ਦੇ ਹੱਥ ਪੰਜਾਬ ਦੀ ਵਾਗਡੋਰ ਏ। ਇਹ ਕੋਈ ਇੱਕ ਪਾਸੇ ਦੀ ਗੱਲ ਮੈਂ ਨਹੀਂ ਕਰ ਰਹੀ, ਜੇ ਦੂਜੇ ਪਾਸੇ ਝਾਤ ਮਾਰੋਗੇ ਤਾਂ ਮੋਗੇ ਦੇ ਸੈਕਸ ਸਕੈਂਡਲ ਕੋਈ ਲੁਕੇ ਨਹੀਂ ਹੋਏ। ਇਹੋ ਜਿਹਾ ਸਾਡੇ ਚੁਫੇਰੇ ਜੋ ਹਾਲਾਤ ਬਣਾਏ ਹੋਏ ਨੇ ਉਹਦੇ ਵਿੱਚ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਨਾ ਹਾਸੋਹੀਣੀ ਜੀ ਲੱਗਦੀ ਹੈ ਕਿ ਕਿਸ ਨੂੰ ਤੇ ਕਿਹੜੀਆਂ ਗੱਲਾਂ ਲਈ ਕਰ ਰਹੇ ਹੋ। ਦੇਖੋ ਨਾ ਸ਼ਬਦ ਕੀ ਵਰਤਦੇ ਨੇ, ਤੂੰ ਤਸਕਰ ਹੈ, ਤੇਰੇ ਘਰ ਆ ਕੇ ਕੁੱਟਾਂਗਾ। ਅਸੀਂ ਭਾਜੀ ਅਸੀਂ ਤੁਹਾਡੀ ਕੁੱਟ ਤੋਂ ਕੀ ਲੈਣਾ ਭਾਈ, ਤੁਸੀਂ ਤਾਂ ਰੋਟੀਆਂ ਤੇ ਵਿਆਹਾਂ ਤੇ ਇਕੱਠੇ ਹੋ ਜਾਂਦੇ ਹੋ, ਸ਼ਗਨ ਤੁਸੀਂ ਲੈ ਆਉਣੇ ਜਾ ਕੇ, ਹੈ ਜੀ, ਤੇ ਸਾਡੇ ਸਿਰ ਪੜਵਾ ਦਿੰਦੇ ਹੋ, ਪਰਚੇ ਸਾਡੇ ਤੇ ਹੋਈ ਜਾਂਦੇ ਨੇ। ਬਿਲਕੁਲ, ਇਹ ਰਾਜਨੀਤਿਕ ਡੱਡੂ ਜੋ ਕਿਹਾ ਗਿਆ ਸੀ ਇੱਕ ਪ੍ਰੋਗਰਾਮ ਵਿੱਚ, ਮੈਨੂੰ ਲੱਗਿਆ ਵਾਕਈ ਉਹਨਾਂ ਨੇ ਕਿਹਾ ਵੀ ਇਹ ਗੜੈਂ ਕਰਨ ਆ ਜਾਂਦੇ ਨੇ, ਸਭ ਅੰਦਰ ਮਿਲੇ ਜੁਲੇ ਨੇ। ਗੱਲ ਜੱਚਦੀ ਤੇ ਢੁਕਦੀ ਵੀ ਹੈ ਕਿ ਇਹ ਲੱਗਦਾ ਇੰਜ ਹੈ ਕਿ ਡਿਪਲੋਮਾ ਇਹਨਾਂ ਨੇ ਅੜਿੰਗਣ ਦਾ ਕੀਤਾ, ਉੱਥੇ ਬਸਾ ਦਿਖਾ ਦਿੱਤਾ ਕੌਣ ਕਿਸ ਨੂੰ ਢਾ ਸਕਦਾ, ਕਿੰਨੀ ਕੁ ਵੱਧ ਮਾੜੀ ਸ਼ਬਦਾਵਲੀ ਵਰਤ ਸਕਦਾ, ਬਸ ਖਤਮ ਹੋ ਗਿਆ। ਮੁੱਦੇ ਮੈਨੂੰ ਦੱਸੋ ਭਾਜੀ ਕਿਸੇ ਇੱਕ ਨੇ ਵੀ ਕਿਹਾ ਹੋਏ ਕਿ ਭਾਈ ਅਜੇ ਤੱਕ 84 ਵਾਲਿਆਂ ਦਾ ਮਜ਼ਾਕ ਬਣਾਇਆ ਪਿਆ, ਕਿੰਨੇ ਬੰਦੇ ਫੜੇ ਗਏ, ਸਗੋਂ ਜਿਹੜੇ ਕਾਰਾ ਕਰਨ ਵਾਲਿਆਂ ਨੂੰ ਅਸੀਂ ਕੁਰਸੀਆਂ ਫੜਾ ਰਹੇ ਹਾਂ, ਕੀ ਕੀਤਾ ਸੀ? ਕੋਈ ਆਵਾਜ਼ ਨਹੀਂ ਉੱਠੀ, ਕਿਸੇ ਨੇ ਕੋਈ ਇਹ ਮੁੱਦਾ ਸੀ ਨਹੀਂ। ਸਾਲ ਭਰ ਤੋਂ ਕਿਸਾਨ ਬੈਠੇ ਸਾਡੇ ਰੁਲ ਗਏ, ਕਿਸੇ ਲਈ ਮੁੱਦਾ ਸੀ? ਮਜ਼ਾਕ ਬਣਾ ਕੇ ਰੱਖ ਛੱਡਿਆ। ਫਿਰ ਸਾਡੇ ਅਜੇ ਤੱਕ ਧਰਮੀ ਫੌਜੀ ਜਿਸ ਹਾਲਤ ਵਿੱਚ ਨੇ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ, ਸਿਰਫ ਉਦੋਂ ਹੀ ਜਦੋਂ ਇਹ ਦਿਸੇਗਾ ਵੀ ਹੁਣ ਅਖੀਰੀ ਸਮਾਂ ਆ ਗਿਆ, ਉਦੋਂ 84 ਵਾਲਿਆਂ ਨੂੰ ਇੱਕ ਪੌੜੀ ਬਣਾ ਕੇ ਉਹਨਾਂ ਦੇ ਉੱਤੇ ਚੜ੍ਹ ਲਿਆ ਜਾਏਗਾ ਤੇ ਫਿਰ ਉਸੇ ਤਰ੍ਹਾਂ ਉਹੀ ਮਾਫੀਆ ਪੋਲੀਟੀਕਲ ਫਿਰ ਸ਼ੁਰੂ ਹੋ ਜਾਏਗਾ। ਹੁਣ ਵੇਖੋ ਇਹਦੀ ਪੋਲੀਟੀਕਲ ਮਾਫੀਆ ਦੀ ਤਾਂ ਤੁਹਾਨੂੰ ਕੋਈ ਬੜੀ ਹੋਰ ਵੱਡੀ ਗੱਲ ਦੱਸ ਦਿੰਦਾ। ਦੇਖੋ ਪੰਜਾਬ ਦੇ ਵਿੱਚ 1984 ਤੋਂ ਬਾਅਦ ਸਟੂਡੈਂਟ ਯੂਨੀਅਨ ਦਾ ਇਲੈਕਸ਼ਨ ਨਹੀਂ ਹੋਇਆ। ਦੇਖੋ ਜੀ, ਜਿੱਥੋਂ ਸਟੂਡੈਂਟ ਲੀਡਰ ਪੈਦਾ ਹੁੰਦੇ ਸੀ, ਕਹਿੰਦੇ ਵੀ ਬੱਚੇ ਕੋਈ ਆ ਵੀ ਨਾ ਜਾਵੇ ਸਧਾਰਨ ਘਰ ਦਾ, ਠੀਕ ਹੈ। ਫਿਰ ਆਪੋ ਬਣੇ ਪ੍ਰਧਾਨਾਂ ਦੇ ਪੋਸਟਰ ਲਾਉਂਦੇ ਆ, ਉਹ ਗੈਂਗਸਟਰ ਪੈਦਾ ਹੁੰਦੇ ਨੇ ਕਿਉਂਕਿ ਉਹ ਲੜਾਈਆਂ ਕਰਦੇ, ਉਹ ਆਪਦੇ ਪੋਸਟਰ ਵਾਰ 'ਚ ਲੜਾਈ ਲੜਦੇ ਆ ਕਿਉਂਕਿ ਆਪੇ ਬਣੇ ਪ੍ਰਧਾਨ ਹੁੰਦੇ ਆ, ਉਹਨਾਂ ਦੇ ਗਰੁੱਪ ਬਣੇ, ਉਹਨਾਂ ਨੂੰ ਪੋਲੀਟੀਕਲ ਸ਼ੈ ਹੁੰਦੀ ਹੈ। ਸਟੂਡੈਂਟਾਂ ਨੇ ਤਾਂ ਉਹਨਾਂ ਨੂੰ ਚੁਣਿਆ ਨਹੀਂ ਹੁੰਦਾ, ਉਹ ਕਹਿੰਦੇ ਚੱਲ ਤੈਨੂੰ ਇੱਥੇ ਹੁਣ ਤਲਵੰਡੀ ਸਾਬੋ ਪਿਛਲੇ ਸਾਲ ਗੋਲੀ ਚੱਲੀ, ਮੁੰਡਾ ਮਰਿਆ, ਉਹ ਕੌਣ ਸੀ? ਇੱਕ ਉਸ ਪੋਲੀਟੀਕਲ ਪਾਰਟੀ ਦਾ ਬੰਦੇ ਸੀ, ਇੱਕ ਉਸ ਦੇ ਸੀ। ਪਰ ਅਸਲ ਦੇ ਵਿੱਚ ਕੀ ਚੀਜ਼ ਹੈ, ਜੇਕਰ ਬੱਚਾ ਜੇ ਇੱਥੋਂ ਕੋਈ ਲੀਡਰ ਬਣਦਾ, ਬਾਹਲਾ ਨਹੀਂ ਵੱਡਾ ਨਹੀਂ ਬਣੂ, ਕੋਈ 10 ਸਾਲਾਂ ਨੂੰ ਕਾਮਯਾਬ ਹੋ ਜੂ, ਉਹ ਤਾਂ ਕਹਿੰਦੇ ਵੀ ਇਹ ਤਾਂ ਹੋਣ ਹੀ ਨਾ। ਉਹ ਵੀ ਤਾਂ ਇੱਕ ਮਾਫੀਆ ਬਣ ਗਿਆ ਨਾ, ਵੀ ਬਗਾਨਾ ਪੁੱਤ ਦਾ ਸਾਡਾ, ਜਿਵੇਂ ਫਿਲਮਾਂ ਵਾਲੇ ਕਹਿ ਦਿੰਦੇ ਨਾ ਵੀ ਆਊਟ ਆਫ ਇੰਡਸਟਰੀ, ਉੱਥੇ ਇੱਕ ਸ਼ਬਦ ਵਰਤਿਆ ਜਾਂਦਾ, ਹੀ ਇਜ਼ ਨਾਟ ਫਰੋਮ ਇੰਡਸਟਰੀ, ਹੀ ਇਜ਼ ਆਊਟਸਾਈਡਰ। ਇਵੇਂ ਇਹ ਸਿਆਸਤਦਾਨ ਕਹਿੰਦੇ ਵੀ ਨਹੀਂ ਯਾਰ, ਇਹ ਤਾਂ ਐਵੇਂ ਕਿਹੜਾ ਲੋਬੜ ਜੇ ਜੱਟ ਦਾ ਮੁੰਡਾ ਖੜਾ ਹੋ ਗਿਆ, ਕਿਹੜਾ ਇਹ ਫਲਾਨੇ ਦਲਿਤ ਦਾ ਮੁੰਡਾ ਖੜਾ ਹੋ ਗਿਆ, ਇਹਨੂੰ ਕਿਵੇਂ ਬਣਦਾ? ਜੇ ਉਦੋਂ ਉਹਨੂੰ ਉਹਦੀ
ਉਹਦਾ ਫਾਹਾ ਵੱਢ ਦਿੰਦੇ ਨੇ ਬੰਦੇ ਦਾ, ਪੰਜਾਬੀ 'ਚ ਇਹ ਕਹਿੰਦੇ ਫਾਹਾ ਵੱਢੋ ਉਹਨਾਂ ਦਾ। ਹੁਣ ਕਿਸਾਨ ਯੂਨੀਅਨ ਤਕੜੀ ਹੋਈ ਹੈ, ਮਜਬੂਰੀ ਬਣ ਗਈ ਹੈ ਕਿਸਾਨਾਂ ਦੇ ਹੱਕ 'ਚ ਬੋਲਣਾ, ਪਰ ਜੇ ਅੰਦਰੋਂ ਕਿਸੇ ਲੀਡਰ ਨਾਲ ਗੱਲ ਕਰ ਲਓ ਨਾ ਜੀ, ਇਹਨਾਂ ਦੀ ਨਾ ਫਿਰ ਰਗ ਫੁੱਟਦੀ ਹੈ ਵੀ ਫਿਰ ਕਹਿੰਦੇ ਆ ਵੀ ਇਹ ਇਕੱਠੇ ਕਿਉਂ ਹੋ ਗਏ, ਆਵਾਜ਼ ਕਿਉਂ ਬੁਲੰਦ ਕਰਨ ਲੱਗ ਪਏ ਜੀ। ਪਰ ਇੱਕ ਜਿਹੜਾ ਜਾਲ ਬੁਣਿਆ ਜਾ ਚੁੱਕਿਆ ਜਿਹਦੇ ਵੱਲ ਸ਼ਾਇਦ ਸਾਡਾ ਧਿਆਨ ਨਹੀਂ ਜਾ ਰਿਹਾ, ਉਹ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਅਸੀਂ ਜਦੋਂ ਨਹੀਂ ਰਹਿਣਾ, ਸਾਡੀ ਵਾਰੀ ਜਦੋਂ ਬਦਲ ਕੇ ਦੂਜੇ ਨੇ ਆਣਾ ਤਾਂ ਫਿਰ ਸਾਡੇ ਕੰਮ ਕਿਵੇਂ ਹੋਣੇ ਨੇ। ਦੇਖੋ ਅੱਜ ਦੇ ਦਿਨ ਭਾਵੇਂ ਉਹ ਸਤਿਕਾਰਯੋਗ ਬਾਦਲ ਸਾਹਿਬ ਹੋਣ ਜਾਂ ਕਾਂਗਰਸ ਵਾਲੇ ਪਾਸੋਂ ਜਿਹੜੇ ਕੋਈ ਵੀ ਉੱਚ ਪੱਧਰੀ ਜੋ ਰਹਿ ਚੁੱਕੇ ਹੋਣ, ਜ਼ਰਾ ਉਹਨਾਂ ਦੇ ਰਿਸ਼ਤੇਦਾਰੀਆਂ ਵੱਲ ਥੋੜਾ ਜਿਹਾ ਝਾਤ ਮਾਰੋ। ਜੱਜ ਸਾਹਿਬਾਨ ਵੀ ਉਹਨਾਂ ਨੇ ਆਪਣੇ ਫਿੱਟ ਕੀਤੇ ਹੋਏ ਨੇ, ਟੌਪ ਦੇ ਵਕੀਲ, ਟੌਪ ਦੇ IAS, ਟੌਪ ਦੇ IPS ਆਫੀਸਰਸ, ਉਹਨਾਂ ਨੇ ਸਾਰੇ ਦੇ ਸਾਰੇ ਥਾਂ ਤੇ ਆਪਣੇ ਹੀ ਰਿਸ਼ਤੇਦਾਰ ਕਾਬਜ਼ ਕਰਕੇ ਬਿਠਾਏ ਹੋਏ ਨੇ। ਮਕਸਦ ਇਹ ਕਿ ਸਾਨੂੰ ਅੰਦਰਲੀ ਖਬਰ ਵੀ ਟਾਈਮ ਸਿਰ ਮਿਲਦੀ ਰਵੇ ਜੀ। ਜੇ ਸਾਡੇ ਵਿਰੁੱਧ ਕੋਈ ਚੀਜ਼ ਖੜੀ ਹੁੰਦੀ ਹੈ ਤਾਂ ਉਹਨੂੰ ਕਿਵੇਂ ਇਸ ਨੈਕਸਸ ਦੇ ਵਿੱਚ ਉਹਨੂੰ ਹੌਲੀ ਹੌਲੀ, ਜੋ ਕਿ ਇਹੋ ਜਿਹੀ ਗੱਲ ਉਜਾਗਰ ਕਰਨਾ ਚਾਹੇ, ਭਾਵੇਂ ਪੱਤਰਕਾਰ ਹੈ ਮਰਵਾ ਦਿਓ, ਜੇ ਕੋਈ ਅਖਬਾਰ ਵਾਲਾ ਹੈ ਤਾਂ ਉਹਦਾ ਮੂੰਹ ਬੰਦ ਕਰ ਦਿਓ। ਸੋ ਇਹ ਢੰਗ ਤਰੀਕੇ ਜੋ ਲੱਭੇ ਗਏ ਨੇ, ਤੁਸੀਂ ਵੇਖੋ ਕਿੰਨੀ ਡੂੰਘੀ ਚਾਲ ਹੈ। ਮੈਂ ਤਾਂ ਹੀ ਮਾਫੀਆ ਦੀ ਗੱਲ ਕੀਤੀ ਸੀ ਕਿ ਇਹਨਾਂ ਨੇ ਚੁਫੇਰਿਓਂ ਐਸਾ ਜਾਲ ਬੁਣ ਛੱਡਿਆ, ਮੱਕੜ ਜਾਲ, ਜਿਸ ਵਿੱਚ ਆਮ ਬੰਦਾ ਭੇਦ ਹੀ ਨਹੀਂ ਸਕਦਾ, ਜਾਂ ਸੱਜਿਓਂ ਜਾਂ ਖੱਬਿਓਂ ਕਿਸੇ ਨਾ ਕਿਸੇ ਪਾਸਿਓਂ ਸ਼ਿਕਾਰ ਹੋ ਹੀ ਜਾਂਦਾ। ਭਾਵੇਂ ਉਹ ਆਮ ਬੰਦਾ ਤੁਹਾਡੇ ਮੇਰੇ ਵਰਗਾ ਝੂਠੇ ਪੁਲਿਸ ਮੁਕਾਬਲਿਆਂ 'ਚ ਜਾਵੇ, ਜਾਂ ਉਸ ਤੇ ਕੇਸ ਕਰਕੇ ਉਹਨੂੰ ਗੇੜੇ ਲਵਾਏ ਜਾਣ ਕੋਰਟਾਂ ਦੇ, ਜਿੱਥੇ ਉੱਚ ਪੱਧਰੀ ਜੱਜ ਜਿਨ੍ਹਾਂ ਨੂੰ ਇਹ ਕਹਿ ਦਿੱਤਾ ਜਾਂਦਾ ਜੇ ਕਿ ਤੁਸੀਂ ਰਿਟਾਇਰ ਹੋਵੋਗੇ ਤਾਂ ਤੁਹਾਨੂੰ ਪਲੰਮ ਪੋਸਟਿੰਗ ਮਿਲੇਗੀ। ਸੋ ਇਹ ਸਰਕਲ ਜਿਹਦੇ ਵਿੱਚ ਐਸਾ ਰੋਲ ਦਿੱਤਾ ਗਿਆ ਆਮ ਬੰਦੇ ਨੂੰ, ਉਹਨੂੰ ਤਾਂ ਸਮਝ ਹੀ ਨਹੀਂ ਆਉਂਦੀ। ਉਹ ਵਿਚਾਰਾ ਸਵੇਰ ਦੀ ਤੇ ਸ਼ਾਮ ਦੀ ਰੋਟੀ ਬਣਾਉਣ ਤੱਕ ਆਪਣੀ ਕਿ ਮੈਂ ਜੁਗਾੜ ਕਰ ਲਵਾਂ ਸੀਮਤ ਹੋ ਗਿਆ, ਤੇ ਉੱਤੋਂ ਉਹਦੇ ਤੇ ਬੁਰਕੀਆਂ ਸੁੱਟ ਦਿੱਤੀਆਂ ਜਾਂਦੀਆਂ, ਇੰਨੀ ਕੁ ਤੈਨੂੰ ਬਿਜਲੀ ਮੁਫਤ, ਇੰਨਾ ਕੁ ਤੈਨੂੰ ਪਾਣੀ ਮੁਫਤ, ਇੰਨੀ ਕੁ ਤੈਨੂੰ ਚਾਹ ਪੱਤੀ ਮੁਫਤ। ਯਾਨੀ ਉਸ ਦੀ ਸੋਚ ਦਾ ਵਿਕਾਸ ਹੀ ਨਹੀਂ ਹੋਣ ਦਿੱਤਾ ਜਾ ਰਿਹਾ, ਉਹ ਸਿਰਫ ਇਹਨਾਂ ਝਮੇਲਿਆਂ 'ਚ ਹੀ ਗੁੰਮ ਹੋ ਕੇ ਰਹਿ ਗਿਆ ਜੀ। ਬਿਲਕੁਲ ਭੈਣ ਜੀ, ਮੈਂ ਥੋੜਾ ਜਿਹਾ ਧੰਨਵਾਦ ਵੀ ਕਰਦਾ ਜਗਜੀਤ ਸਿੰਘ ਲੰਡਨ ਹੋਰਾਂ ਦਾ ਜੀ, ਜਿਨ੍ਹਾਂ ਨੇ ਅੱਜ ਰੇਡੀਓ ਪੰਜਾਬ ਟੂਡੇ ਦੇ 7 ਸਾਲ ਪੂਰੇ ਹੋ ਗਏ ਭੈਣ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਭਾਜੀ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਤੁਸੀਂ ਵਾਕਈ ਧਰੂ ਤਾਰੇ ਵਾਂਗ ਕੰਮ ਕਰ ਰਹੇ ਹੋ, ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨਾ, ਫਿਰ ਉੱਪਰੋਂ ਸਾਰਾ ਦਿਨ ਰਾਤ ਟੱਬਰ ਕਿਵਾਰਾਂ ਸੁੱਟ ਕੇ ਜਿਸ ਤਰੀਕੇ ਤੁਸੀਂ ਨਿੱਠ ਕੇ ਇਸ ਕੰਮ ਵੱਲ ਜੁਟੇ ਹੋ, ਵਾਕਈ ਤੁਸੀਂ ਬਹੁਤ ਬਹੁਤ ਮੁਬਾਰਕਬਾਦ ਦੇ ਹੱਕਦਾਰ। ਤੇ ਇੱਕ ਨਾਂ ਲਿਖ ਦਿਆ ਕਰੋ ਜੀ, 8448 ਤੋਂ ਜੀ +1 ਤੋਂ ਆਇਆ ਜੀ। ਉਹ ਵੀ ਕਹਿੰਦੇ ਨੇ ਪੱਤਰਕਾਰੀ ਕਹਿੰਦੇ ਵਰ੍ਹੇਗੰਢ ਤੇ ਨਿਡਰ ਤੇ ਨਿਰਪੱਖ ਪੱਤਰਕਾਰੀ ਲਈ ਬਹੁਤ ਬਹੁਤ ਮੁਬਾਰਕਾਂ। ਕਹਿੰਦੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਇਸ ਪਰਿਵਾਰ ਨੂੰ, ਆਹ ਮੈਨੂੰ ਬੜੀ ਖੁਸ਼ੀ ਜਦੋਂ ਸਾਰੇ ਇਹ ਪਰਿਵਾਰ ਹੈ ਜੀ ਰੇਡੀਓ ਪੰਜਾਬ ਟੂਡੇ, ਸਾਡੇ ਇਸ ਪਰਿਵਾਰ ਨੂੰ ਹਮੇਸ਼ਾ ਇਤਫਾਕ ਅਤੇ ਚੜ੍ਹਦੀ ਕਲਾ ਬਖਸ਼ੇ। ਤੇ ਵਿਸ਼ਵਾਸਜੀਤ ਸਿੱਧੂ, ਵਿਸ਼ਵਜੀਤ ਸਿੱਧੂ ਵਿਨੀਪੈਗ ਤੋਂ, ਉਹਨਾਂ ਨੇ ਵੀ ਕੰਗ੍ਰੈਚੁਲੇਸ਼ਨਸ ਦਿੱਤੀਆਂ ਨੇ ਜੀ। ਤੇ ਵਿਨੀਪੈਗ ਤੋਂ ਸੰਘਾ ਫੋਟੋਗ੍ਰਾਫੀ ਵਾਲੇ ਬਾਈ ਜੀ, ਉਹਨਾਂ ਨੇ ਵੀ। ਤੇ ਇੱਕ ਹੋਰ ਮੈਸੇਜ ਆਇਆ ਜੀ ਇੰਡੀਆ ਤੋਂ 47005 ਤੋਂ, ਉਹ ਕਹਿੰਦੇ ਜੀ ਰੋਜ਼ਾਨਾ ਸੁਣਦੇ ਆ। ਕੁਲਬੀਰ ਪੱਡਾ ਜੀ, ਉਹਨਾਂ ਨੇ ਵੀ ਕਿਹਾ ਕਿ ਕਹਿੰਦੇ ਜੀ ਮੈਂ ਲੰਮੇ ਸਮੇਂ ਤੋਂ ਜਿਹੜਾ 6.5 ਸਾਲਾਂ ਤੋਂ ਜਿਹੜਾ ਸੁਣ ਰਿਹਾ। ਰਾਜਵੀਰ ਸਿੰਘ ਰਾਜਸਥਾਨ, ਉਹਨਾਂ ਨੇ ਵੀ ਮੁਬਾਰਕਾਂ ਦਿੱਤੀਆਂ ਨੇ। ਵਿਨੀਪੈਗ ਤੋਂ ਜਗਦੀਪ ਸਿੰਘ ਬਰਾੜ ਹੋਰੀ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਕੁਲਜੀਤ ਸਿੰਘ ਪੱਡਾ ਹੋਰੀ ਵਿਆਨਾ ਤੋਂ, ਆਸਟਰੀਆ ਤੋਂ, ਉਹਨਾਂ ਨੇ ਵੀ ਭੇਜੀਆਂ ਜੀ। ਭੈਣ ਜੀ ਜੀ ਬਹੁਤ ਬਹੁਤ ਵਾਕਈ ਮੁਬਾਰਕਬਾਦ ਹੈ, ਕਿਉਂਕਿ ਪੱਤਰਕਾਰੀ ਵਾਲਾ ਥੰਮ ਇਸ ਵੇਲੇ ਕੋਈ ਵਿਰਲਾ ਹੀ ਹੈ ਜਿਹੜਾ ਵਾਕਈ ਆਪਣੀ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਕਰ ਰਿਹਾ ਹੈ, ਤੇ ਤੁਸੀਂ ਵਾਕਈ ਵਧਾਈ ਦੇ ਇਸ ਦੇ ਪਾਤਰ ਹੋ। ਜਿਸ ਤਰੀਕੇ ਦੀ ਅੱਜ ਆਪਾਂ ਗੱਲ ਕਰ ਰਹੇ ਸੀ, ਉਸ 'ਚ ਇੱਕ ਹੋਰ ਖਬਰ ਭਾਜੀ ਬਹੁਤ ਧਿਆਨ ਮੰਗਦੀ ਜੇ, ਉਹ ਇਹ ਕਿ ਸਾਡੇ ਐਕਸ CM ਜੋ ਹੁਣ ਅਮਰਿੰਦਰ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਆਖੀ, ਜੋ ਕਿ ਸ਼ਾਇਦ ਸਾਰਿਆਂ ਦੀਆਂ ਹੀ ਅੱਖਾਂ ਖੋਲ ਦੇਣੀ ਜਿਨ੍ਹਾਂ ਦੀ ਚਾਹੀਦੀ ਹੈ, ਕਿ ਉਹ ਕਹਿੰਦੇ ਨੇ ਲੰਮੀ ਲਿਸਟ ਹੈ ਜਿਹੜੇ ਨਾਜਾਇਜ਼ ਕੰਮ ਕਰਦੇ ਰਹੇ ਮੇਰੇ ਮੰਤਰੀ ਤੇ MLA।
ਦੱਸੋ ਵੀ ਉਦੋਂ ਕਿਉਂ ਨਹੀਂ ਦਿਸੀ ਉਹਨਾਂ ਨੂੰ? ਜੀ ਹੁਣ ਇਹ ਆਪ ਜਦੋਂ ਇੱਕ ਸੀਐਮ ਕਵੇ ਮੇਰੇ ਕੋਲ ਰਿਕਾਰਡ ਪਿਆ ਤੇ ਮੈਂ ਮੰਨਦਾ ਵੀ ਮੇਰੇ ਮੰਤਰੀ ਫਿਰ ਇਹ ਵੀ ਕਹਿੰਦੇ ਨੇ ਕਿ ਉਹ ਦੁਬਾਰਾ ਫਿਰ ਮੰਤਰੀ ਪਦ ਤੇ ਬੈਠੇ ਨੇ, ਤਾਂ ਫਿਰ ਜ਼ਰਾ ਹਿਸਾਬ ਤਾਂ ਲਾਈਏ ਕਿ ਜੇ ਰਾਜਾ ਵੜਿੰਗ ਜੀ ਹੋਈ ਜਿਵੇਂ ਕਰ ਰਹੇ ਨੇ ਤੇ ਇਹਨਾਂ ਤੋਂ ਪਹਿਲਾਂ ਕਿਸ ਤਰੀਕੇ ਦਾ ਕਿੰਨਾ ਇਹ ਜੋ ਕਿ ਆਪ ਹੀ ਸੀਐਮ ਕਵੇ ਮੇਰੇ ਕੋਲ ਲਿਸਟ ਪਈ ਹੈ ਤੇ ਇਹ ਸਾਰੇ ਕਰਦੇ ਪਏ ਨੇ, ਇਹ ਸਾਰੇ ਦੇ ਸਾਰੇ ਮਾਫੀਆ ਦੇ ਵਿੱਚ ਇਨਵੋਲਡ ਨੇ। ਤੁਸੀਂ ਸਮਝੋ ਸਾਰੇ ਛੱਡੇ ਤਾਂ ਨਹੀਂ ਗਏ, ਵਾਪਸ ਉੱਥੇ ਦੇ ਉੱਥੇ ਹੀ ਬੈਠੇ ਨੇ। ਸੋ ਇਹ ਚੀਜ਼ ਜੋ ਸਾਡੇ ਕੋਲ ਇਸ ਵੇਲੇ ਫਿਰ ਉਹਦੇ ਵਿੱਚ ਇਹੋ ਜਿਹੇ ਮੌਕੇ ਤੇ ਸ਼ਾਇਦ ਇੱਕ ਵੀ ਬੰਦਾ ਤੁਸੀਂ ਦੇਖੋ, ਜੇ ਤੁਹਾਨੂੰ ਤੁਸੀਂ ਕਿਉਂਕਿ ਵਿੱਚ ਬੈਠੇ ਹੋ, ਮੈਂ ਤਾਂ ਨਹੀਂ ਵਿੱਚ ਆ, ਪਰ ਤੁਸੀਂ ਮੀਡੀਆ 'ਚ ਤੁਹਾਡੇ ਕੋਲ ਸਾਰੀ ਜਾਣਕਾਰੀ ਹੁੰਦੀ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਇਹ ਭਾਵੇਂ ਤਾਂ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਜਾਂ ਜਿਹੜੀ ਨਹੀਂ ਕਰ ਰਹੀ ਦੇ ਵਿੱਚੋਂ ਕਿਸੇ ਇੱਕ ਪਾਸਿਓਂ ਉਹ ਵੀ ਵਿਰੋਧ ਹੋਇਆ ਹੁੰਦਾ, ਜਿੱਥੇ ਹੁਣ ਮੈਂ ਮਾਣਯੋਗ ਇਸ ਕਰਕੇ ਕਹਿ ਰਹੀ ਕਿ ਪਦਮ ਸ਼੍ਰੀ ਹਾਸਲ ਹੈ ਕੰਗਨਾ ਰਣੌਤ ਜੀ ਦੇ, ਜਿਸ ਨੇ ਇੱਕ ਚਪੇੜ ਮਾਰੀ ਹੈ ਕਰਾਰੀ ਪੰਜਾਬੀਆਂ ਦੇ ਮੂੰਹ ਤੇ ਕਹਿ ਕੇ ਕਿ ਆਜ਼ਾਦੀ ਸਨ 2014 ਵਿੱਚ ਮਿਲੀ ਹੈ। ਪਹਿਲਾਂ ਤਾਂ ਭੀਖ ਹੀ ਲਈ ਸੀ, ਦੁਰ ਫਿਟੇ ਮੂੰਹ ਉਸ ਔਰਤ ਦੇ, ਖਿਮਾ ਕਰਿਓ ਸ਼ਬਦ ਬਹੁਤ ਮਾੜੇ ਵਰਤ ਰਹੀਆਂ, ਪਰ ਮੈਨੂੰ ਪੀੜ ਹੁੰਦੀ ਹੈ ਕਿ ਸਾਡੇ ਵੱਡੇ ਵਡੇਰੇ ਸਨ ਜਿਨ੍ਹਾਂ ਨੇ ਜਾਨਾਂ ਵਾਰੀਆਂ ਸੀ, ਸਾਡੀਆਂ ਹੀ ਵੱਡੀਆਂ ਸੀ ਉਹ ਬਜ਼ੁਰਗ ਬੀਬੀਆਂ ਉਸ ਸਮੇਂ ਜਿਹੜੀਆਂ ਨੌਜਵਾਨ ਸਨ, ਜਿਨ੍ਹਾਂ ਦੀਆਂ ਟਰੋਫੀਆਂ ਬਣਾ ਬਣਾ ਕੇ ਭਾਵੇਂ ਉਹ ਭਾਰਤ ਸੀ ਜਾਂ ਪਾਕਿਸਤਾਨ ਸੀ, ਉੱਥੇ ਉਹਨਾਂ ਦੇ ਜਿਸਮਾਂ ਦੀ ਜਿਸ ਤਰੀਕੇ ਨੁਮਾਇਸ਼ ਕੀਤੀ ਗਈ ਤੇ ਜਿਵੇਂ ਪਿਓਆਂ ਨੇ ਆਪਣੀਆਂ ਧੀਆਂ ਵੱਢ ਸੁੱਟੀਆਂ, ਗੋਲੀਆਂ ਮਾਰੀਆਂ, ਖੂਹਾਂ 'ਚ ਛਾਲਾਂ ਮਾਰੀਆਂ, ਜ਼ਹਿਰ ਪਿਆਏ ਕਿ ਇਹਨਾਂ ਦੀ ਪੱਤ ਨਾ ਰੁਲੇ, ਤੇ ਜਿਸ ਤਰੀਕੇ ਛਾਤੀ ਤੇ ਗੋਲੀਆਂ ਖਾਣ ਵਾਲੇ ਸਾਡੇ ਪੰਜਾਬੀ, ਜਿਵੇਂ ਇੱਕ ਇੱਕ ਬੰਦੇ ਦੀ ਬਹਾਦਰੀ ਦੀਆਂ ਜੋ ਇਸ ਵੇਲੇ ਦਾਸਤਾਨ ਸਾਡੇ ਕੋਲ ਏ, ਜਿਨ੍ਹਾਂ 'ਚ ਜਨਰਲ ਹਰਬਖਸ਼ ਸਿੰਘ ਵਰਗੇ, ਜਿਸ ਸਦਕਾ ਅੱਜ ਅੰਮ੍ਰਿਤਸਰ ਸਾਡੇ ਕੋਲ ਏ, ਇਸ ਬੀਬੀ ਨੂੰ ਕੱਖ ਵੀ ਨਹੀਂ ਦਿਸਿਆ। ਇਹਨੂੰ ਦਿਸਦਾ ਨਹੀਂ ਸੀ ਜਲਿਆਂਵਾਲੇ ਬਾਗ ਵਿੱਚ ਜੀ, ਇਹਨੂੰ ਤਾਂ ਜ਼ਹਿਰ ਉਗਲਣਾ ਹੀ ਦਿੰਦਾ ਜੀ। ਪਰ ਜੇ ਪਦਮ ਸ਼੍ਰੀ ਵਰਗਾ ਅਵਾਰਡ ਇਸ ਵਾਸਤੇ ਮਿਲਣ ਲੱਗਿਆ ਹੈ ਤਾਂ ਇਹੋ ਜਿਹੇ ਅਵਾਰਡ ਫਿਰ ਸਮਝ ਤਾਂ ਆਵੇ ਵੀ ਮਿਲਿਆ ਕਾਹਦੇ 'ਚ, ਤੇਰੀ ਯੋਗਦਾਨ ਕੀ ਹੈ ਐਡਾ ਵੱਡਾ, ਉਹ ਹੀ ਦੱਸ ਦੇ। ਯਾਨੀ ਜ਼ਹਿਰ ਸੁੱਟਣ ਲਈ ਤੁਸੀਂ ਸਿਰਫ ਇਹ ਉਗਲ ਦਿਓ ਤਾਂ ਕਮਾਲ ਹੀ ਹੋ ਗਈ। ਪਰ ਕਿਸੇ ਇੱਕ ਵੀ ਪਾਰਟੀ ਵੱਲੋਂ ਕੀ ਇਸ ਪ੍ਰਤੀ ਕੋਈ ਆਵਾਜ਼ ਚੁੱਕੀ ਗਈ? ਕਿਸ ਕਰਕੇ ਸਾਰੇ ਪੰਜਾਬੀਆਂ ਦੇ ਮੂੰਹ ਤੇ ਇਹ ਚਪੇੜ ਮਾਰੀ ਗਈ? ਕਿਉਂ? ਅਸੀਂ ਇਹ ਨਹੀਂ ਸੁਣਨਾ ਚਾਹੁੰਦੇ। ਅਸੀਂ ਪੂਰਾ ਪੰਜਾਬ ਉਬਲ ਕੇ ਖੜਾ ਹੋਵੇ ਕਿ ਅਸੀਂ ਇਸ ਦਾ ਟੋਟਲ ਵਿਰੋਧ ਕਰਦੇ ਹਾਂ। ਕਿਉਂ ਸਾਡੇ ਵੱਡੇ ਵਡੇਰਿਆਂ ਨੂੰ ਅਪਮਾਨਿਤ ਕੀਤਾ ਗਿਆ? ਪਰ ਕਿਸੇ ਨੂੰ ਫਿਕਰ ਨਹੀਂ ਹੈ, ਸਾਰੇ ਇਹੀ ਲੱਗੇ ਨੇ। ਅਸੀਂ ਇੱਕ ਪਾਰਟੀ ਨੇ ਕਿਸਾਨਾਂ ਤੇ ਜੇ ਹੁਣ ਉਸੇ ਤਰ੍ਹਾਂ ਲਖੀਮਪੁਰ ਕਾਂਡ ਵਾਂਗ ਕੀਤਾ, ਤਾਂ ਦੂਜੇ ਜੋ ਆਡੀਓ ਲੀਕਸ ਹੋ ਰਹੀਆਂ ਨੇ, ਕਿਸ ਤਰੀਕੇ ਅਸੀਂ ਹੱਥੇ ਆਉਣੀ ਜੇ ਕੁਰਸੀ, ਇਸ ਤੋਂ ਨਾ ਸੱਜੇ ਨਾ ਖੱਬੇ ਕੋਈ ਵੀ ਹੋਰ ਮੁੱਦਾ ਹੈ ਹੀ ਨਹੀਂ। ਪਰ ਉਹਦੇ ਵਿੱਚ ਗੱਲ ਸਾਰੀ ਇਹ ਹੈ ਕਿ ਇੱਕ ਹੋਰ ਇੰਪੋਰਟੈਂਟ ਚੀਜ਼ ਜੋ ਮੈਂ ਦੱਸਿਆ ਸੀ ਕਿ ਸਾਡਾ ਮੱਕੜ ਜਾਲ ਬਣਾਇਆ ਹੋਇਆ ਜੀ। ਗੱਲ ਵੇਖੋ ਕਿ ਪਾਰਟੀ ਜਿਹੜੀ ਮਰਜ਼ੀ ਆ ਜਾਵੇ, ਅੰਦਰਲੇ ਅਫਸਰ ਜਿਨ੍ਹਾਂ ਨੇ ਬਣਾ ਕੇ ਰੱਖਣੀ ਹੈ ਵੀ ਅਗਲੀ ਪਾਰਟੀ ਸ਼ਾਇਦ ਆ ਜਾਵੇ, ਸਾਰੇ ਪਾਸੇ ਹੀ ਹੁੰਦਾ ਨਾ ਜੀ। ਉਹਨਾਂ ਨੂੰ ਪਤਾ ਵੀ ਕਮਾਊ ਪੁੱਤ ਨੇ, ਕਮਾਊ ਪੁੱਤਾਂ ਨੂੰ ਮੈਂ ਇੱਕ ਜੀ ਉਹ ਨਾ ਜਿਵੇਂ ਇੱਕ ਮੈਨੂੰ ਇੱਥੇ ਕਈ ਬੰਦੇ ਇਹੋ ਜਿਹੇ ਹੁੰਦੇ ਆ, ਤੁਸੀਂ ਦੇਖੋ ਭਾਵੇਂ ਉਹ ਕਰਪਟ ਹੁੰਦੇ ਨੇ, ਸਾਰਿਆਂ ਨੂੰ ਪਤਾ ਦਲਾਲੀ ਕਰਦੇ ਨੇ। ਇਮਾਨਦਾਰ ਅਫਸਰ ਵੀ ਆ ਜਾਊਗਾ ਤਾਂ ਵੀ ਉਹਦੇ ਦਫ਼ਤਰ ਦੇ ਨੇੜੇ ਤੇੜੇ ਉਹੀ ਘੁੰਮਦੇ ਮਿਲਣਗੇ ਤੁਹਾਨੂੰ ਜੀ। ਬਿਲਕੁਲ। ਪਰ ਗੱਲ ਇਹ ਹੈ ਕਿ ਉਹ ਜਿਸ ਤਰੀਕੇ ਖਾਊ ਪੀਊ ਉਹਨਾਂ ਨੇ ਮਹਿਕਮਾ ਬਣਾਇਆ ਹੋਇਆ ਕਿ ਹਰ ਮਾਫੀਏ ਦੇ ਵਿੱਚੋਂ ਉਹ ਆਪਣੀ ਜਾਇਦਾਦ 10 ਗੁਣਾ ਕਰਕੇ ਤੇ ਫਿਰ ਉਹ ਬਾਹਰ ਉਹਨਾਂ ਦੀਆਂ ਕਿਸ ਤਰੀਕੇ, ਯਾਨੀ ਇਹ ਮੈਂ ਹਕੀਕਤ ਦੱਸਣ ਲੱਗੀਆਂ ਕਿ ਇਹਨਾਂ ਹੀ IAS ਅਫਸਰਾਂ ਦੀਆਂ ਜੋ ਕਿਸੇ ਦੀ ਪਤਨੀ, ਕਿਸੇ ਦਾ ਪੁੱਤਰ, ਕਿਸੇ ਦੀ ਧੀ ਜੋ ਇੱਥੇ ਡਾਕਟਰੀ ਵੀ ਕਰ ਰਹੇ ਨੇ, ਇੱਥੇ ਸਾਡੇ ਵੱਡੀਆਂ ਪੋਸਟਾਂ ਤੇ ਬੈਠੇ ਨੇ, ਯਕੀਨ ਜਾਣਿਓ ਕਦੇ ਵੀ ਦੀ ਗੱਲ ਕਰ ਰਹੀ ਹਾਂ, ਦਿਖੇ ਵੀ ਨਹੀਂ, ਘਰਾਂ 'ਚ ਬੈਠੇ ਪੂਰੀਆਂ ਤਨਖਾਹਾਂ ਲੈ ਰਹੇ। ਆਹ ਵੀ ਬਹੁਤ ਵੱਡੀ ਗੱਲ ਕਹੀ ਤੁਸੀਂ। ਹਸਪਤਾਲ ਬਣਾਈ ਜਾ ਰਹੇ ਨੇ ਜੀ, ਸਰਕਾਰ ਤੋਂ ਜ਼ਮੀਨਾਂ ਅਲਾਟ ਕਰਵਾਈਆਂ ਜਾ ਰਹੀਆਂ ਨੇ। ਦੇਖੋ ਮਹਿੰਗੀਆਂ ਜ਼ਮੀਨਾਂ ਅਲਾਟ ਕਰਾ ਕੇ ਤੇ ਹਸਪਤਾਲ ਬਣਾਏ ਜਾ ਰਹੇ ਨੇ। ਬਿਲਕੁਲ। ਤੇ ਜਿਸ ਤਰੀਕੇ ਉਹਦੇ ਵਿੱਚ
ਲੁੱਟ ਖਸੁੱਟ ਚੱਲ ਰਹੀ ਹੈ ਕਿ ਉਹ ਉਹਨਾਂ ਦੀਆਂ ਪਤਨੀਆਂ ਜਾਂ ਉਹਨਾਂ ਦੇ ਬੱਚੇ ਜੋ ਕਿ ਸਰਕਾਰੀ ਨੌਕਰੀ ਕਰਦਿਆਂ ਵੀ ਐਕਸ ਇੰਡੀਆ ਲੀਵ ਲਏ ਬਗੈਰ ਉਹ ਅਮਰੀਕਾ 'ਚ ਆਪਣੀਆਂ ਫੇਸਬੁੱਕਾਂ ਤੇ ਚਾੜ ਦਿੰਦੇ ਨੇ ਅਸੀਂ ਬੈਠੇ ਹਾਂ, ਤੇ ਇੱਥੇ ਉਹ ਸ਼ੋਅ ਕੀਤੇ ਜਾਂਦੇ ਨੇ ਕਿ ਉਹ ਨੌਕਰੀ ਤੇ ਰੈਗੂਲਰ ਆ ਰਹੇ ਨੇ, ਉਹਨਾਂ ਦੀ ਤਨਖਾਹਾਂ ਬਣ ਰਹੀਆਂ ਨੇ, ਸਭ ਕੁਝ ਹੋ ਰਿਹਾ, ਪਰ ਜਿਹੜਾ ਆਵਾਜ਼ ਚੁੱਕੇ ਉਹਦੇ ਤੇ ਕੇਸ ਬਣਾ ਕੇ ਉਹਨੂੰ ਪਾਸੇ ਸੁੱਟ ਦਿੱਤਾ ਜਾਂਦਾ ਹੈ। ਯਾਨੀ ਕਿਸੇ ਵੀ ਪਾਸਿਓਂ ਨਿਆਂ ਹੈ ਹੀ ਨਹੀਂ। ਹਾਲਾਤ ਇਹ ਨੇ ਕਿ ਇਹੀ IAS ਆਫੀਸਰਸ ਦੇ ਰਿਟਾਇਰਡ ਮਾਂ ਜਾਂ ਪਿਓ, ਹੁਣ ਤੁਸੀਂ ਉਹ ਵੇਖੋ ਜਿਨ੍ਹਾਂ ਨੂੰ ਵਾਪਸ ਨੌਕਰੀਆਂ ਵਿੱਚ ਰੱਖ ਕੇ 6-6, 7-7 ਸਾਲਾਂ ਤੋਂ ਬਿਠਾ ਦਿੱਤਾ ਗਿਆ, 3-3 ਲੱਖ ਰੁਪਏ ਉਹਨਾਂ ਨੂੰ ਬਿਨਾਂ ਕੰਮ ਕੀਤਿਆਂ ਦਿੱਤੇ ਜਾ ਰਹੇ ਨੇ। ਤੇ ਕੀ ਸਾਡਾ ਉਹ ਇੱਕ ਕਿਸਾਨ ਵੀਰ ਜੋ 1-1 ਲੱਖ ਪਿੱਛੇ ਖੁਦਕੁਸ਼ੀ ਕਰ ਜਾਂਦਾ ਉਸ ਲੋਨ ਲਈ, 1 ਲੱਖ ਦਾ ਹਜੇ ਬਹੁਤ ਵੱਡਾ ਜੀ, ਥੋੜੇ ਲਈ ਕਰ ਜਾਂਦੇ ਨੇ ਵਿਚਾਰੇ ਜੀ ਬਿਲਕੁਲ। ਪਰ ਇਹ ਜਾਂ ਉਹਨਾਂ ਦੀਆਂ ਪਿੱਛੇ ਬਚੀਆਂ ਧੀਆਂ, ਉਹਨਾਂ ਦੀਆਂ ਮਾਵਾਂ, ਕੋਈ ਕਿਸੇ ਨੂੰ ਬਿਲਕੁਲ 1% ਵੀ ਫਿਕਰ ਨਹੀਂ ਹੈ, ਕੋਈ ਖਿਆਲ ਨਹੀਂ ਕਰ ਰਿਹਾ ਕਿਵੇਂ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ, ਕਿਵੇਂ ਲੁੱਟ ਖਸੁੱਟ ਸਾਰੇ ਪਾਸੇ ਕੀਤੀ ਗਈ ਹੈ, ਕਿਵੇਂ ਇੱਕ ਸਕੂਲ 1800 ਤੋਂ ਲੈ ਕੇ 2300 ਰੁਪਏ ਮਹੀਨਾ ਦੀ ਇਸ ਵੇਲੇ ਜੋ ਆਮਦਨ ਉਹਨਾਂ ਨੇ ਖਿੱਚਣੀ ਸ਼ੁਰੂ ਕੀਤੀ ਹੈ ਕਿ ਇੱਕ ਫੀਸ ਦੇ ਰਾਹੀਂ, ਤੇ ਫਿਰ ਉਸ ਥਾਵਾਂ ਤੇ ਪੰਜਾਬੀ ਜ਼ਬਾਨ ਦੀ ਜੋ ਬੇਕਦਰੀ ਹੈ। ਮੈਂ ਆਪਣੀ ਟਰਸਟ ਵਿੱਚੋਂ 421 ਬੱਚਿਆਂ ਨੂੰ ਹੁਣ ਫੀਸ ਦੇ ਰਹੀ ਹਾਂ, ਮੈਨੂੰ ਪਤਾ ਹੈ ਕਿ ਕਿੰਨੀਆਂ ਫੀਸਾਂ ਕਿਵੇਂ ਪਹੁੰਚ ਰਹੀਆਂ ਨੇ ਤੇ ਕੀ ਉਸ ਥਾਵਾਂ ਤੇ ਹੋ ਰਿਹਾ ਕਿ ਕੇਰਲ ਪ੍ਰਦੇਸ਼ ਤੋਂ ਲਿਆ ਕੇ ਇਹਨਾਂ ਨੇ ਪ੍ਰਿੰਸੀਪਲਸ ਰੱਖ ਲਏ ਨੇ, ਕੋਈ ਆਵਾਜ਼ ਨਹੀਂ ਚੁੱਕ ਰਿਹਾ। ਤੇ ਕਿਵੇਂ ਉਹਨੂੰ ਹਿੰਦੂਇਜ਼ਮ ਦੇ ਵੱਲ ਪਾਸੇ ਜਾ ਕੇ ਧੱਕ ਰਹੇ ਨੇ, ਨੌਜਵਾਨ ਬੱਚਿਆਂ ਦੇ ਮਨਾਂ ਵਿੱਚ ਜਾਤ ਪਾਤ ਦੇ ਆਧਾਰ ਤੇ ਧਾਰਮਿਕ ਪਾੜ ਪਾ ਰਹੇ ਨੇ। ਦੇਖੋ ਜੀ, ਗੁਰੂ ਨਾਨਕ ਦੇਵ ਜੀ ਦੀ ਮੂਰਤੀ ਜਿਹੜੀ ਆ ਉਹ ਇੰਡੀਆ ਦੇ ਵਿੱਚ, ਚਲੋ ਬਾਹਰਲੇ ਦੇਸ਼ਾਂ 'ਚ ਤਾਂ ਆਪਾਂ ਮੰਨ ਲਈਏ, ਉਹਨਾਂ ਦੀ ਮੂਰਤੀ ਐਮਾਜ਼ੋਨ ਦੇ ਉੱਤੇ ਜੀ ਬਿਲਕੁਲ। ਪਰ ਉਹ ਜਿਸ ਤਰੀਕੇ ਦਾ ਉਹ ਛੋਟੇ ਬੱਚਿਆਂ ਦੇ ਮਨਾਂ ਵਿੱਚ ਪੰਜਾਬੀ ਦੇ ਵਿਰੁੱਧ ਉਹਨਾਂ ਦੇ ਮਨ ਭਰੇ ਜਾ ਰਹੇ ਨੇ ਕਿ ਭਾਈ ਇਹ ਤਾਂ ਅਨਪੜ੍ਹਾਂ ਦੀ ਜ਼ਬਾਨ ਹੈ, ਹਿੰਦੀ ਬੋਲਣਾ ਪ੍ਰਾਊਡ ਕਹਿੰਦੇ, ਪੰਜਾਬੀ ਬੋਲਦੇ ਤਾਂ ਅਨਪੜ੍ਹ ਕੌਣ ਹੈ ਦੱਸੋ। ਬਿਲਕੁਲ, ਘਰਾਂ ਵਿੱਚ ਹਿੰਦੀ ਬੋਲੋ ਇਹ ਪੱਕੀ ਤੌਰ ਤੇ ਕਿਹਾ ਜਾਂਦਾ ਜੇ, ਪਰ ਉਹਦੇ ਨਾਲੋਂ ਨਾਲ ਜੋ ਉਹਦੇ ਵਿੱਚ ਯਾਨੀ ਜੋ ਕਦੇ ਵੀ ਨਹੀਂ ਸੀ ਕਿ ਅਸੀਂ ਉਹਨਾਂ ਵਿੱਚ ਧਾਰਮਿਕ ਪਾੜ ਬੱਚਿਆਂ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਹੈ, ਉਹ ਸੱਚਮੁੱਚ ਪੰਜਾਬ ਦੀ ਹਵਾ ਜ਼ਹਿਰੀਲੀ ਬਣਾ ਦੇਗਾ, ਜਿੱਥੇ ਸਾਰੇ ਤਿਉਹਾਰ ਸਾਡੇ ਸਾਂਝੇ ਹੁੰਦੇ ਸੀ, ਕਿਸੇ ਨੇ ਵਿਤਕਰਾ ਕੀਤਾ ਨਹੀਂ। ਪਰ ਹੁਣ ਬੱਚਿਆਂ ਦੇ ਮਨਾਂ ਵਿੱਚ ਜਿਸ ਤਰੀਕੇ ਇਹ ਸ਼ਬਦ ਮੈਨੂੰ ਤੇ ਕਈਆਂ ਤੋਂ ਸੁਣਨੇ ਪਏ ਕਿ ਕਹਿੰਦੇ ਨੇ ਜੀ ਗੁਰੂ ਗੋਬਿੰਦ ਸਿੰਘ ਜੀ ਖਿਮਾ ਕਰਿਓ ਸ਼ਬਦ ਵਰਤਦੇ ਨੇ, ਭਗੌੜੇ ਸਨ, ਬੱਚੇ ਛੱਡ ਕੇ ਦੌੜ ਗਏ ਵਰਗੀ ਗੱਲ ਜਦੋਂ ਮੈਂ ਸੁਣਦੀ ਹਾਂ ਬੱਚਿਆਂ ਦੇ ਮੂੰਹ ਤਾਂ ਬੜਾ ਹੌਲ ਜਿਹਾ ਪੈਂਦਾ ਹੈ ਕਿ ਕਿਸ ਤਰੀਕੇ ਜਾਂ ਕਿਸ ਪਾਸੇ ਅਸੀਂ ਤੁਰ ਰਹੇ ਹਾਂ। ਇਹ ਅਸੀਂ ਸੈਕੂਲਰਿਜ਼ਮ ਦਾ ਜਿੱਥੇ ਸਾਡਾ ਸਾਰੀ ਦੁਨੀਆ ਵਿੱਚ ਨਾਮ ਖੜਾ ਹੋਵੇ, ਉੱਥੇ ਪੰਜਾਬ ਵਿੱਚ ਅਸੀਂ ਪਾੜ ਕੇ ਇਹਨਾਂ ਨੂੰ ਇੱਕ ਘਰ ਦੇ ਵਿੱਚ ਹੀ ਅੱਧੇ ਈਸਾਈ ਬਣਾ ਦਿੱਤੇ, ਅੱਧੇ ਹਿੰਦੂ ਕਰ ਦਿੱਤੇ, ਅੱਧੇ ਸਿੱਖ ਕਰ ਦਿੱਤੇ। ਕਿਉਂ ਇਹੋ ਜਿਹਾ ਅਸੀਂ ਸਿਸਟਮ ਸ਼ੁਰੂ ਕੀਤਾ ਹੈ ਜਿਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਕਿ ਇਹ ਅਲਟੀਮੇਟ ਕਰਵਾਉਣ ਵਾਲੇ ਕੌਣ ਨੇ। ਜੀ ਜੀ ਬਿਲਕੁਲ, ਇਹ ਸਕੂਲ ਭਾਜੀ ਮੈਂ ਦੱਸ ਦਿਆਂ ਕਿ ਸਿਆਸਤਦਾਨਾਂ ਦੇ ਹੀ ਨੇ, ਬਿਲਕੁਲ ਇਹਨਾਂ ਦੇ ਹੀ ਹੈ ਜੀ, ਇਹਨਾਂ ਦੇ। ਬਿਲਕੁਲ ਤੁਸੀਂ ਗੱਲ ਕਹੀ, ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਸਮਾਪਤ ਕਰਨ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਬਾਈ ਜੀਤਪਾਲ ਸਿੰਘ ਆਸਟਰੀਆ ਤੋਂ ਜੀ, ਕਹਿੰਦੇ ਬਹੁਤ ਬਹੁਤ ਮੁਬਾਰਕਾਂ। ਟੋਰਾਂਟੋ ਤੋਂ ਰਜਿੰਦਰ ਸਿੰਘ ਦਾਨੇਵਾਲੀਆ ਬਾਈ ਜੀ ਸਾਡੇ ਬਹੁਤ ਬਹੁਤ ਸ਼ੁਕਰੀਆ ਜੀ। ਅਤੇ 8152 ਤੋਂ ਆਇਆ ਜੀ, ਕੰਗਰੈਚੂਲੇਸ਼ਨਸ ਟੂ ਆਲ ਰੇਡੀਓ ਪੰਜਾਬ ਟੂਡੇ ਲਿਸਨਰਸ ਐਂਡ ਟੀਮ ਔਨ 7th ਐਨੀਵਰਸਰੀ। ਅਤੇ ਇਸੇ ਤਰ੍ਹਾਂ ਹੀ 3437 ਤੋਂ ਲਾਸਟ ਦੇ ਉੱਤੇ ਮੈਸੇਜ ਆਇਆ ਜੀ। ਕੈਨੇਡਾ ਤੋਂ ਲੰਡਨ ਤੋਂ ਜਗਜੀਤ ਸਿੰਘ ਜੀ ਹੋਰਾਂ ਦਾ ਸ਼ੁਕਰੀਆ ਜੀ। USA ਤੋਂ ਸਰਦਾਰ ਰੇਸ਼ਮ ਸਿੰਘ ਹੋਰਾਂ ਨੇ ਵੀ ਮੁਬਾਰਕਾਂ ਭੇਜੀਆਂ ਨੇ। ਅਤੇ ਸੁਖਜੀਤ ਸਿੰਘ ਰੋਮਾਣਾ ਲਬੇਲ ਤੋਂ ਉਹਨਾਂ ਨੇ ਵੀ 7 ਸਾਲ ਪੂਰੇ ਹੋਣ 'ਤੇ। ਸਵੀਡਨ ਤੋਂ ਕੁਲਵਿੰਦਰ ਬਾਈ ਜੀ ਨੇ ਵੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਤੁਹਾਨੂੰ ਕੁਲਦੀਪ ਬਾਈ ਜੀ ਨੇ ਕੈਨੇਡਾ ਤੋਂ, ਉਹਨਾਂ ਨੇ ਭੇਜੀਆਂ ਨੇ ਜੀ ਮੁਬਾਰਕਾਂ। ਕੈਲਗਰੀ ਤੋਂ ਸਰਦਾਰ ਗਮਦੂਰ ਸਿੰਘ ਹੋਰਾਂ ਨੇ ਕਿਹਾ ਜੀ ਰੇਡੀਓ ਪੰਜਾਬ ਟੂਡੇ ਦੀ ਵਰ੍ਹੇਗੰਢ 'ਤੇ ਬਹੁਤ ਬਹੁਤ ਮੁਬਾਰਕਾਂ। ਸੋ ਤਮਾਮ ਸਾਡੇ ਸਰੋਤਿਆਂ ਨੂੰ ਵੀ ਮੁਬਾਰਕਾਂ। ਹਮੇਸ਼ਾ ਤੁਸੀਂ ਰੇਡੀਓ ਪੰਜਾਬ ਟੂਡੇ ਦਾ ਸਾਥ ਦਿੰਦੇ, ਅਤੇ ਜੇ ਰੱਬ ਨੇ ਸੁੱਖ ਰੱਖਿਆ ਤਾਂ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਮੁਲਾਕਾਤ ਹੋਏਗੀ ਅਮਰੀਕਾ ਦੇ ਵਿੱਚ। ਕੈਨੇਡਾ ਦਾ ਵੀਜ਼ਾ ਐਕਸਪਾਇਰ ਹੋ ਗਿਆ, ਕੋਸ਼ਿਸ਼ ਕਰਦੇ ਹਾਂ ਵੀ ਉਹ
ਲਵਾ ਲਾਂ ਅਤੇ ਇਕੱਠੇ ਹੀ ਜਿਹੜਾ ਤੁਹਾਡੇ ਕੋਲੇ ਚੱਕਰ ਲਾਵਾਂਗੇ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਂ ਤੁਹਾਡੇ ਤੋਂ ਆਗਿਆ ਚਾਹੁੰਦਾ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਜੇਕਰ ਤੁਸੀਂ ਵੀ ਰੇਡੀਓ ਪੰਜਾਬ ਟੂਡੇ ਨੂੰ ਐਡਵਰਟੀਜ਼ਮੈਂਟ ਦੇਣੀ ਚਾਹੁੰਦੇ ਹੋ, ਰੇਟ ਬਹੁਤ ਰੀਜ਼ਨੇਬਲ ਨੇ। ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਨਾਲ ਵੀਡੀਓ ਵੀ ਜਿਹੜੀ ਹੈ ਅਸੀਂ ਚਲਾ ਦਿਆਂਗੇ। ਸੋ ਉਹਦੇ ਲਈ ਤੁਸੀਂ ਜ਼ਰੂਰ ਮੇਰੇ ਨਾਲ ਸੰਪਰਕ ਕਰੋ। ਜੇਕਰ ਤੁਸੀਂ ਮਹੀਨਾਵਾਰ ਚੰਦਾ ਜਿਹੜਾ ਰੇਡੀਓ ਪੰਜਾਬ ਟੂਡੇ ਨੂੰ ਭੇਜਣਾ ਚਾਹੁੰਦੇ ਹੋ ਅਤੇ ਉਹਦੇ ਲਈ ਤੁਸੀਂ ਪੇਪਾਲ ਦੇ ਜ਼ਰੀਏ ਭੇਜ ਸਕਦੇ ਹੋ। ਉਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ info@radiopunjabtoday.com ਦੇ ਉੱਤੇ ਅਕਾਊਂਟ ਆਪਣਾ, ਜਾਂ ਫਿਰ ਤੁਸੀਂ ਸਿੱਧੇ ਰੇਡੀਓ ਪੰਜਾਬ ਟੂਡੇ ਦੀ ਵੈਬਸਾਈਟ 'ਤੇ ਜਾਓਗੇ, ਉੱਥੇ ਲਿੰਕ ਬਣਿਆ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਸੋ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਮੈਂ ਆਗਿਆ ਲੈਂਦਾ ਅਤੇ ਮੁਲਾਕਾਤ ਹੋਏਗੀ ਫਿਰ। ਅਤੇ ਹੁਣ ਗੀਤ ਬਹਾਰ ਫੋਲੋ ਕਰੇਗਾ ਜੀ। ਤੁਸੀਂ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਾ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।